Dear student, welcome to the class of physics. Today we will discuss about the magnetic properties of different material. I have made many slides to make your work easy. ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕੋਗੇ ਤਾਂ ਤੁਹਾਡੀਆਂ ਜਿਹੜੀਆਂ ਆਈਜ਼ ਹੈ ਉਹ ਟੀਵੀ ਸਕਰੀਨ ਤੇ ਰਹਿਣਗੀਆਂ। मैं नाल नाल विचों तुहानू डिस्कस करता रहांगा। सो आई होप वी ऑल विल मेक दिस लेसन वेरी इजी। सो कीप वॉच योर टीवी एंड योर आई शुड बी ऑन दिस टीवी स्क्रीन। ओके, let us start. Now let us know about the bar magnet. A bar magnet is the rectangular piece of an object made up of iron, steel or any other ferromagnetic substance or ferromagnetic composite that shows the permanent magnetic properties. It has two poles. One is north pole and another one is the south pole. As we know, ਜਿਵੇਂ ਕਿ ਸਾਨੂੰ ਪਤਾ ਹੈ ਕਿ ਇੱਕ ਜੋ ਬਾਰ ਹੁੰਦੀ ਹੈ ਉਹਦੇ ਦੋ ਐਂਡ ਹੋਣਗੇ। ਇਸੇ ਤਰ੍ਹਾਂ ਹੀ ਇਹਦਾ ਨਾਮ ਬਾਰ ਤਾਂ ਹੀ ਰੱਖਿਆ ਗਿਆ ਕਿ ਦੋ ਐਂਡ ਹੈ, ਉਹਨਾਂ ਵਿੱਚੋਂ ਇੱਕ ਐਂਡ ਹੈ ਜਿਹੜਾ ਇੱਕ ਪੋਲ ਹੈ ਜਿਹੜਾ ਉਸ ਨੂੰ ਅਸੀਂ ਨਾਰਥ ਪੋਲ ਕਵਾਂਗੇ ਤੇ ਜਿਹੜਾ ਦੂਸਰਾ ਪੋਲ ਹੈ ਉਸ ਨੂੰ ਅਸੀਂ ਸਾਊਥ ਪੋਲ ਕਵਾਂਗੇ। ਸੱਚ ਦੈਟ ਵੈਨ ਸਸਪੈਂਡਡ ਫਰੀਲੀ, ਜਦੋਂ ਉਹਨਾਂ ਨੂੰ ਆਪਾਂ ਉਸ ਮੈਗਨੇਟ ਨੂੰ ਉਸ ਬਾਰ ਨੂੰ ਅਸੀਂ ਫਰੀਲੀ ਸਸਪੈਂਡ ਕਰਾਂਗੇ ਯਾਨੀ ਕਿ ਲਟਕਾਵਾਂਗੇ, the magnet aligns itself so that the northern pole points towards the magnetic north pole of the earth. So ਜਿਹੜਾ ਅਰਥ ਹੈ ਅਸੀਂ ਸਾਰੇ ਜਾਣਦੇ ਹਾਂ ਜੀਓਗ੍ਰਾਫਿਕਲੀ ਅਰਥ ਦੇ ਵੀ ਨਾਰਥ ਤੇ ਸਾਊਥ ਪੋਲ ਹੈਗੇ ਹੈ, ਤਾਂ ਨਾਰਥਨ ਪੋਲ ਪੁਆਇੰਟਸ ਟੁਵਰਡਸ ਦਾ ਮੈਗਨੈਟਿਕ ਨਾਰਥ ਪੋਲ ਆਫ ਦਾ ਅਰਥ। ਜਿਹੜਾ ਅਰਥ ਜਦੋਂ ਬਿਹੇਵ ਕਰ ਰਹੀ ਆਪਾਂ ਸਾਰੇ ਜਾਣਦੇ ਹਾਂ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਅਗਰ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ ਤਾਂ ਉਹਦਾ ਵੀ ਇੱਕ ਨਾਰਥ ਤੇ ਸਾਊਥ ਪੋਲ ਹੋਊਗਾ। ਤਾਂ ਜਿਹੜਾ ਨਾਰਦਰਨ ਪੋਲ ਹੈ ਮੈਗਨੇਟ ਦਾ ਉਹ ਅਰਥ ਦੇ ਜੋ ਮੈਗਨੈਟਿਕ ਤੌਰ ਤੇ ਬਿਹੇਵ ਕਰਦੀ ਪਈ ਹੈ ਉਹਦੇ ਨਾਰਥ ਪੋਲ ਵੱਲ ਹੀ ਸਸਪੈਂਡ ਕਰੂਗਾ ਹਮੇਸ਼ਾ, ਤੇ ਜਿਹੜਾ ਸਾਊਥ ਹੈ ਉਹ ਸਾਊਥ ਪੋਲ ਵਾਲੇ ਪਾਸੇ ਸਸਪੈਂਡ ਕਰੂਗਾ। Now on the screen here is the diagram of bar magnet. See here is one rectangular shape bar magnet ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਾਇਲਟ ਕਲਰ ਹੈ ਜਿਹੜਾ ਜਾਮਨੀ ਕਲਰ ਹੈ ਉਸ ਦੇ ਉੱਪਰ ਇੱਕ ਸਾਈਡ ਤੇ N ਲਿਖਿਆ ਹੋਇਆ ਹੈ ਤੇ ਜਿਹੜਾ ਸਕਾਈ ਬਲੂ ਕਲਰ ਹੈਗਾ ਉਹਦੇ ਉੱਪਰ S ਪਾਇਆ ਹੋਇਆ ਹੈ। ਮਤਲਬ ਇੱਕ ਬਾਰ ਮੈਗਨੇਟ ਹੈ, ਰੈਕਟੈਂਗੂਲਰ ਸ਼ੇਪ ਹੈ, ਉਹਦਾ ਇੱਕ ਐਂਡ ਜਿਹੜਾ ਸ਼ੋ ਕਰ ਰਿਹਾ ਨਾਰਥ ਪੋਲ ਐਂਡ अदर एंड है ਜਿਹੜਾ ਉਹ ਸਾਊਥ ਪੋਲ ਸ਼ੋ ਕਰ। Now you understand what is bar magnet. ਹੁਣ ਅਸੀਂ ਬਾਰ ਮੈਗਨੇਟ ਦੀ ਕੁਝ ਪ੍ਰੋਪਰਟੀਜ਼ ਹੈ ਉਹਨਾਂ ਬਾਰੇ ਪੜਾਂਗੇ, ਕਿਉਂਕਿ ਮੈਗਨੈਟਿਕ ਪ੍ਰੋਪਰਟੀ ਆਫ ਮਟੀਰੀਅਲ ਜਾਣਨ ਤੋਂ ਪਹਿਲੇ ਸਾਨੂੰ ਮੈਗਨੇਟ ਦੀ ਪ੍ਰੋਪਰਟੀਜ਼ ਬਾਰੇ, ਬਾਰ ਮੈਗਨੇਟ ਔਰ ਯੂ ਕੈਨ ਸੇ ਓਨਲੀ ਮੈਗਨੇਟ, ਉਸ ਦੀ ਪ੍ਰੋਪਰਟੀ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਨਾਓ here is the properties of bar magnetic. Now dear student, now we will know about the property of bar magnet. ਸਾਡਾ ਜੋ ਅੱਜ ਦਾ ਟੌਪਿਕ ਹੈ ਉਹ ਹੈ ਮੈਗਨੈਟਿਕ ਪ੍ਰੋਪਰਟੀ ਆਫ ਮਟੀਰੀਅਲ। ਇਹ ਕੁਝ ਫੈਕਟਸ ਹੈ ਜਿਹੜੇ ਉਸ ਟੌਪਿਕ ਨੂੰ ਕਲੀਅਰ ਕਰਨ ਦੇ ਲਈ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਸੋ ਅਸੀਂ ਹੁਣ ਤੱਕ ਬਾਰ ਮੈਗਨੇਟ ਦੇ ਬਾਰੇ ਪੜ੍ਹਿਆ, ਲੇਕਿਨ ਹੁਣ ਅਸੀਂ ਜੋ ਪੜ੍ਹਨ ਜਾ ਰਹੇ ਹਾਂ ਉਸ ਦੀਆਂ ਪ੍ਰੋਪਰਟੀਜ਼ ਬਾਰੇ, ਪ੍ਰੋਪਰਟੀਜ਼ ਆਫ ਬਾਰ ਮੈਗਨੇਟ। A bar magnet has the properties similar to any permanent magnet. ਸੋ ਅਸੀਂ ਇਸ ਬਾਰ ਮੈਗਨੇਟ ਨੂੰ ਦੂਸਰਾ ਨਾਮ ਜਿਹੜਾ ਉਹ ਪਰਮਾਨੈਂਟ ਮੈਗਨੇਟ ਦਾ ਦੇ ਸਕਦੇ ਹਾਂ। ਮਤਲਬ ਜੋ ਹਮੇਸ਼ਾ ਇੱਕ ਮੈਗਨੇਟ ਦੀ ਤਰ੍ਹਾਂ ਹੀ ਰਹੇਗਾ, ਉਹਦੇ ਵਿੱਚ ਮੈਗਨੇਟ ਦੀ ਪ੍ਰੋਪਰਟੀਜ਼ ਰਹਿਣਗੀਆਂ ਹੀ ਰਹਿਣਗੀਆਂ। ਉਸ ਮੈਗਨੇਟ ਨੂੰ ਅਸੀਂ
ਪਰਮਾਨੈਂਟ ਮੈਗਨੇਟ ਕਹਿ ਦਿੰਦੇ। ਮੈਂ ਥੋੜ੍ਹਾ ਜਿਹਾ ਇੱਥੇ ਤੁਹਾਨੂੰ ਕਲੀਅਰ ਕਰਦਾ। ਆਪਣੇ ਘਰਾਂ ਦੇ ਵਿੱਚ ਡੋਰ ਬੈਲ ਲੱਗੀ ਹੁੰਦੀ ਹੈ, ਆਪਾਂ ਉਹਨੂੰ ਜਿੰਨੀ ਦੇਰ ਪ੍ਰੈਸ ਕਰਦੇ ਹਾਂ ਉਨੀ ਦੇਰ ਤੱਕ ਉਹ ਰਿੰਗ ਕਰਦੀ ਹੈ। ਜਦੋਂ ਅਸੀਂ ਉਹਨੂੰ ਛੱਡ ਦਿੰਦੇ ਹਾਂ ਤਾਂ ਉਹ ਰਿੰਗ ਕਰਨਾ ਬੰਦ ਕਰ ਦਿੰਦੀ ਹੈ। ਤਾਂ ਉਸ ਵਕਤ ਕੀ ਹੁੰਦਾ, ਉਹਦੇ ਵਿੱਚ ਇੱਕ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦੀ ਹੈ, ਮਤਲਬ ਇੱਕ ਮੈਗਨੇਟ ਬਣਦਾ ਹੈ। ਜਦੋਂ ਸਵਿਚ ਔਨ ਕਰਦੇ ਹਾਂ ਤਾਂ ਉਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ, ਲੇਕਿਨ ਜਦੋਂ ਹੀ ਅਸੀਂ ਸਵਿਚ ਆਫ ਕਰ ਦਿੰਦੇ ਹਾਂ, ਸਵਿਚ ਤੋਂ ਹੱਥ ਚੱਕ ਦਿੰਦੇ ਹਾਂ, ਤਾਂ ਉਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਨਾ ਬੰਦ ਕਰ ਦਿੰਦਾ। ਇਹ ਛੋਟੀਆਂ ਕਲਾਸਾਂ 'ਚ ਤੁਸੀਂ ਬਿਜਲੀ ਦੀ ਘੰਟੀ ਬਾਰੇ ਪੜ੍ਹਿਆ ਹੋਏਗਾ। ਤਾਂ ਉਸ ਵਕਤ ਜਿਹੜਾ ਉਹ ਮੈਗਨੇਟ ਬਣ ਰਿਹਾ ਹੈ ਉਹ ਟੈਂਪਰੇਰੀ ਮੈਗਨੇਟ ਹੈ, ਮਤਲਬ ਕੁਝ ਸਮਾਂ ਉਹਦੇ 'ਚ ਮੈਗਨੈਟਿਕ ਪ੍ਰੋਪਰਟੀਜ਼ ਰਹਿੰਦੀਆਂ, ਫਿਰ ਉਹਦੇ ਵਿੱਚ ਖਤਮ ਹੋ ਜਾਂਦੀਆਂ। ਸੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿ ਪਰਮਾਨੈਂਟ ਮੈਗਨੇਟ ਇੱਥੇ ਕਿਉਂ ਲਿਖਿਆ। ਇਹ ਅਜਿਹਾ ਮੈਗਨੇਟ ਹੈ ਕਿ ਇਸ ਦੇ ਅਸੀਂ ਜਿੰਨੇ ਮਰਜ਼ੀ ਟੁਕੜੇ ਕਰੀ ਜਾਈਏ, ਕੁਛ ਕਰੀ ਜਾਈਏ, ਇਹਦੀਆਂ ਜਿਹੜੀਆਂ ਮੈਗਨੈਟਿਕ ਪ੍ਰੋਪਰਟੀਜ਼ ਹੈ ਉਹ ਐਜ਼ ਇਟ ਇਜ਼ ਰਹਿਣਗੀਆਂ, ਮਤਲਬ ਬਿਹੇਵ ਐਜ਼ ਅ ਪਰਮਾਨੈਂਟ ਮੈਗਨੇਟ ਕਰੇਗਾ। ਸੋ ਬਾਰ ਮੈਗਨੇਟ ਦੀ ਜਿਹੜੀ ਮੇਨ ਗੱਲ ਹੈ ਕਿ ਇਹ ਪਰਮਾਨੈਂਟ ਮੈਗਨੇਟ ਦਾ ਨਾਮ ਹੀ ਇਸ ਨੂੰ ਦਿੱਤਾ ਜਾ ਸਕਦਾ ਹੈ। ਇਟ ਹੈਜ਼ ਅ ਨਾਰਥ ਪੋਲ ਐਂਡ ਅ ਸਾਊਥ ਪੋਲ। ਇਹ ਨੀਚੇ ਡਾਇਗਰਾਮ ਵੀ ਦਿੱਤੀ ਹੈ, ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕਿਆ। ਈਵਨ ਇਫ ਯੂ ਬ੍ਰੇਕ ਅ ਬਾਰ ਮੈਗਨੇਟ ਫਰੋਮ ਦਾ ਮਿਡਲ, ਮਤਲਬ ਜਿੱਥੇ ਰੈੱਡ ਤੇ ਸਮਝ ਲਓ ਬਲੈਕ ਕਲਰ ਸ਼ੋ ਹੋ ਰਿਹਾ, ਜਿੱਥੇ ਦੋਨਾਂ ਦੀਆਂ ਬਾਉਂਡਰੀਜ਼ ਹੈਗੀਆਂ, ਅਗਰ ਆਪਾਂ ਇੱਥੇ ਇਹਨੂੰ ਤੋੜ ਵੀ ਦਿੰਦੇ ਹਾਂ ਤਾਂ ਫਿਰ ਵੀ ਇਹਦੇ ਜਿਹੜੇ ਦੋਨੋਂ ਐਂਡ ਹੈ ਉਹ ਅਲੱਗ ਨਹੀਂ ਕੀਤੇ ਜਾ ਸਕਦੇ। ਮਤਲਬ ਇਹ ਨਹੀਂਗਾ ਵੀ ਸਾਊਥ ਪੋਲ ਅਲੱਗ ਹੋ ਜਾਏਗਾ, ਨਾਰਥ ਪੋਲ ਅਲੱਗ ਹੋ ਜਾਏਗਾ। ਤਾਂ ਹੋਏਗਾ ਕਿ ਜਦੋਂ ਹੀ ਇਸ ਨੂੰ ਅਸੀਂ ਤੋੜਾਂਗੇ, ਇਸ ਦਾ ਜਿਹੜਾ ਐਨ ਸਾਈਡ ਅਸੀਂ ਇੱਕ ਰਹਿ ਜਾਏਗੀ, ਜਿੱਥੋਂ ਅਸੀਂ ਤੋੜਿਆ ਉੱਥੇ ਇਹਦਾ ਸਾਊਥ ਪੋਲ ਆ ਜਾਏਗਾ ਨਾਲ ਦੀ ਨਾਲ, ਤੇ ਜਿਹੜਾ ਬਲੈਕ ਪਾਰਟ ਜਿੱਥੋਂ ਅਸੀਂ ਤੋੜਿਆ ਹੋਊਗਾ ਉੱਥੇ ਨਾਲ ਦੀ ਨਾਲ ਨਾਰਥ ਪੋਲ ਹੋ ਜਾਏਗਾ। ਮਤਲਬ ਜਿੰਨੇ ਮਰਜ਼ੀ ਟੁਕੜੇ ਕਰੀ ਚੱਲੋ, ਇਹ ਹਮੇਸ਼ਾ ਹੀ ਨਾਰਥ ਸਾਊਥ ਇਕੱਠੇ ਰਹਿਣਗੇ, ਇਹ ਕਦੇ ਵੀ ਅਲੱਗ ਨਹੀਂ ਕੀਤੇ ਜਾ ਸਕਦੇ। ਇਹ ਪ੍ਰੋਪਰਟੀ ਬਾਰ ਮੈਗਨੇਟ ਦੀ ਸਭ ਤੋਂ ਵੱਡੀ ਪ੍ਰੋਪਰਟੀ ਹੈ। ਓਕੇ, ਵੀ ਸ਼ੁੱਡ ਨੋ ਅਬਾਊਟ ਦਾ ਮੈਗਨੈਟਿਕ ਫੀਲਡ। ਮੈਗਨੈਟਿਕ ਪ੍ਰੋਪਰਟੀਜ਼ ਆਫ ਮਟੀਰੀਅਲ ਦੇ ਨਾਲ ਸਭ ਤੋਂ ਮੇਨ ਜ਼ਰੂਰੀ ਗੱਲ ਹੈ ਜਿਹੜੀ, ਉਹ ਸਾਨੂੰ ਨਾਲ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਗਨੈਟਿਕ ਫੀਲਡ ਕੀ ਹੁੰਦੀ ਹੈ। ਤਾਂ ਬੱਚਿਓ, ਮੈਗਨੈਟਿਕ ਫੀਲਡ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਟੀਵੀ ਸਕਰੀਨ ਤੇ ਇੱਕ ਸਲਾਈਡ ਦੇ ਵਿੱਚ ਮੈਂ ਸ਼ੋ ਕੀਤਾ ਹੈ। The magnetic field is an imaginary line of force around a magnet which enables other ferromagnetic material to get repelled or attracted towards it। ਮਤਲਬ ਸਪਸ਼ਟ ਹੈ ਕਿ ਮੈਗਨੈਟਿਕ ਫੀਲਡ ਹੈ ਜਿਹੜੀ ਉਹ ਇੱਕ ਇਮੈਜਨਰੀ ਲਾਈਨਸ ਹੈ, ਜਿਹੜੀਆਂ ਥੱਲੇ ਡਾਇਗਰਾਮ ਵਿੱਚ ਵੀ ਤੁਹਾਨੂੰ ਸ਼ੋ ਹੋ ਰਹੀਆਂ। ਤਾਂ ਉਹ ਸਭ ਤੋਂ ਜਿਹੜਾ ਮੇਨ ਕੰਮ ਹੈ, ਇਹ ਕਿਸੇ ਵੀ ਫੈਰੋਮੈਗਨੈਟਿਕ ਮਟੀਰੀਅਲ ਨੂੰ, ਮਤਲਬ ਜਿਹੜਾ ਮਟੀਰੀਅਲ ਜਾਂ ਤਾਂ ਮੈਗਨੇਟ ਨੂੰ ਅਟਰੈਕਟ ਕਰਦਾ ਜਾਂ ਉਹਨੂੰ ਰਿਪੈਲ ਕਰਦਾ, ਤਾਂ ਇੱਕ ਫੋਰਸ ਉਹਦੇ 'ਤੇ ਅਪਲਾਈ ਹੁੰਦੀ ਹੈ। ਫੋਰਸ ਆਫ ਲਾਈਨ ਆਫ ਫੋਰਸ ਹੈਗੀ ਇਹ, ਜਿਹੜੀ ਉਸ ਫੈਰੋਮੈਗਨੈਟਿਕ ਮਟੀਰੀਅਲ ਨੂੰ ਆਪਣੇ ਵੱਲ ਜਾਂ ਤਾਂ ਅਟਰੈਕਟ ਕਰਦੀ ਹੈ ਜਾਂ ਆਪਣੇ ਤੋਂ ਦੂਰ ਉਹਨੂੰ ਰਿਪੈਲਡ ਕਰਦੀ ਹੈ। ਸੋ ਦ ਮੈਗਨੈਟਿਕ ਫੀਲਡ ਲਾਈਨਸ ਆਰ ਫੋਰਮਡ ਡਿਊ ਟੂ ਵੇਰੀਅਸ ਰੀਜ਼ਨ। ਲਾਈਕ, ਕਾਰਨ ਕੀ ਹੈ ਇਹਨਾਂ ਦਾ? ਇੱਕ ਤਾਂ ਹੈਗਾ, ਆਪਾਂ ਸਾਰੇ ਜਾਣਦੇ ਹਾਂ, ਜੋ ਵੀ ਮਟੀਰੀਅਲਸ ਹੈਗੇ ਉਹਨਾਂ ਦੇ ਵਿੱਚ ਇਲੈਕਟ੍ਰੋਨਸ ਹੋਣਗੇ, ਤਾਂ ਉਹਨਾਂ ਦੀ ਮੂਵਮੈਂਟ ਔਰਬਿਟਲ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਕਰਦੇ ਆ। ਦੈਨ ਕਰੰਟ ਫਲੋਇੰਗ ਇਨ ਅ ਕੰਡਕਟਰ। ਨਾਓ ਦ ਪ੍ਰੋਪਰਟੀਜ਼ ਆਫ ਮੈਗਨੈਟਿਕ ਫੀਲਡ ਲਾਈਨ। ਨੰਬਰ 1, ਦ ਮੈਗਨੈਟਿਕ ਫੀਲਡ lines by convention enter through the south pole and comes out of the north pole। ਮਤਲਬ ਇਹ ਮੈਗਨੈਟਿਕ ਲਾਈਨਸ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਨਾਰਥ ਟੂ ਸਾਊਥ ਪੋਲ ਹੋਵੇਗੀ। ਐਂਡ ਸੈਕਿੰਡ ਵਨ ਇਜ਼ ਦਾ ਮੈਗਨੈਟਿਕ ਫੀਲਡ ਲਾਈਨਸ ਆਰ ਸਟਰੋਂਗਰ ਨੀਅਰ ਦਾ ਪੋਲਸ ਆਫ ਦਾ ਮੈਗਨੇਟ। ਮਤਲਬ ਜਿਹੜਾ ਮੈਗਨੇਟ ਹੈ ਉਹਦੇ ਦੋ ਪੋਲ ਹੈ, ਨਾਰਥ ਤੇ ਸਾਊਥ, ਤੇ ਜਿਹੜੀ ਇਹਨਾਂ ਦੀ ਸਟਰੈਂਥ ਹੈ ਸਭ ਤੋਂ ਵੱਧ ਉਹ ਇਹਨਾਂ ਦੇ ਪੋਲ ਦੇ ਨੀਅਰ ਹੋਊਗੀ। ਮਤਲਬ ਪੋਲ ਜਿਹੜਾ ਸਾਊਥ ਤੇ ਨਾਰਥ ਹੈ ਉਹਨਾਂ ਦੇ ਨਜ਼ਦੀਕ। ਦੇਰ ਇਜ਼ ਨੋ ਚਾਂਸ ਆਫ ਮੈਗਨੈਟਿਕ ਫੀਲਡ ਲਾਈਨਸ ਇੰਟਰਸੈਕਟਿੰਗ ਵਿਦ ਅਦਰਸ। ਮਤਲਬ ਹਰ ਲਾਈਨ ਦਾ, ਮੈਗਨੈਟਿਕ ਫੀਲਡ ਲਾਈਨਸ ਦਾ ਆਪਣਾ ਆਪਣਾ ਜਿਹੜਾ ਪਾਥ ਹੋਏਗਾ, ਉਹ ਇੱਕ ਦੂਜੇ ਨੂੰ ਇੰਟਰਸੈਕਟ ਨਹੀਂ ਕਰਨਗੀਆਂ, ਮਤਲਬ ਕੱਟ ਨਹੀਂ ਸਕਣਗੀਆਂ ਇੱਕ ਦੂਜੇ ਨੂੰ। ਤੇ ਲਾਸਟ ਦੇ ਵਿੱਚ ਹੈਗਾ ਕਿ ਜਿੰਨੀਆਂ ਜ਼ਿਆਦਾ ਇਹ ਕਲੋਜ਼ ਹੋਣਗੀਆਂ ਇੱਕ ਦੂਜੇ ਦੇ,
ਉਨੀ ਹੀ ਜ਼ਿਆਦਾ ਸਟਰੈਂਥ ਹੋਏਗੀ ਮੈਗਨੇਟ ਦੀ। ਮਤਲਬ ਮੈਗਨੇਟ ਦੀ ਸਟਰੈਂਥ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਇਹਨਾਂ ਦੀ ਕੰਸਨਟ੍ਰੇਸ਼ਨ ਕਿੰਨੀ ਕੁ ਹੈ, ਵੀ ਕਿੰਨੀਆਂ ਕੁ ਕਲੋਜ਼ ਹੈਗੀਆਂ ਇਹ। ਓਕੇ, ਇਟਸ ਆਲ ਅਬਾਊਟ ਦਾ ਮੈਗਨੈਟਿਕ field lines property. Now some other properties of the magnet. The magnetic force of it is the strongest at the pole. ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਜਿਹੜੇ magnetic force ਆ pole ਦੇ ਉੱਪਰ maximum ਹੋਏਗਾ। If this magnet is suspended freely in air, ਵੀ ਜਦੋਂ ਵੀ ਅਸੀਂ ਮੈਗਨੇਟ ਨੂੰ 에ਅਰ ਦੇ ਵਿੱਚ ਫ੍ਰੀਲੀ ਸਸਪੈਂਡ ਕਰਾਂਗੇ ਤਾਂ ਜਦੋਂ ਇਹ ਰੈਸਟ ਦੇ ਵਿੱਚ ਆਏਗਾ ਤਾਂ ਹਮੇਸ਼ਾ ਤੇ ਹਮੇਸ਼ਾ ਇਹ ਨਾਰਥ ਸਾਊਥ ਦੀ ਪੋਜੀਸ਼ਨ ਦੇ ਵਿੱਚ ਆਪਣੇ ਆਪ ਨੂੰ ਸਟੇਬਲ ਕਰੇਗਾ। ਇਸੇ ਤਰ੍ਹਾਂ ਹੀ ਜੇ ਦੋ ਬਾਰ ਮੈਗਨੇਟ, ਮਤਲਬ ਦੋ ਬਾਰ ਮੈਗਨੇਟ ਆਪਾਂ ਇੱਕ ਦੂਜੇ ਦੇ ਕੋਲੇ ਲੈ ਕੇ ਆਵਾਂਗੇ ਤਾਂ ਅਗਰ ਉਹਨਾਂ ਦੇ ਅਨਲਾਈਕ ਪੋਲ ਹੈ, ਮਤਲਬ ਅਗਰ ਇੱਕ ਪੋਲ ਨਾਰਥ ਹੈ ਇੱਕ ਪੋਲ ਸਾਊਥ ਹੈ, ਇਹਨਾਂ ਦੋਵਾਂ ਨੂੰ ਨਾਰਥ ਤੇ ਸਾਊਥ ਨੂੰ ਅਸੀਂ ਦੋ ਮੈਗਨੇਟ ਦੇ ਕੋਲੇ ਲੈ ਕੇ ਆਵਾਂਗੇ ਇੱਕ ਦੂਜੇ ਦੇ, ਤਾਂ ਦੋਨੋਂ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਲੇਕਿਨ ਅਗਰ ਲਾਈਕ ਪੋਲ ਮਤਲਬ ਨਾਰਥ ਨੂੰ ਨਾਰਥ ਕੋਲੇ ਲੈ ਕੇ ਆਵਾਂਗੇ, ਇੱਕ ਮੈਗਨੇਟ ਦਾ ਨਾਰਥ ਦੂਜੇ ਦਾ ਵੀ ਨਾਰਥ, ਤਾਂ ਐਵੇਂ ਇੱਕ ਦਾ ਸਾਊਥ ਦੂਜੇ ਦਾ ਵੀ ਸਾਊਥ, ਇਹ ਆਪਸ 'ਚ ਇੱਕ ਦੂਜੇ ਨੂੰ ਰਿਪੈਲ ਕਰਨਗੇ। ਤਾਂ ਜਿੰਨੇ ਵੀ ਬਾਰ ਮੈਗਨੇਟ ਹੈਗੇ ਜਾਂ ਮੈਗਨੇਟ ਹੈਗੇ ਆ ਉਹ ਫੈਰੋ ਮੈਗਨੈਟਿਕ ਮਟੀਰੀਅਲ ਨੂੰ ਆਪਣੇ ਵੱਲ ਅਟਰੈਕਟ ਕਰਨਗੇ, ਜਿਨ੍ਹਾਂ ਵਿੱਚ ਆਇਰਨ ਹੈ, ਨਿਕਲ ਹੈ, ਕੋਬਾਲਟ ਹੈ, ਇਹਨਾਂ ਨੂੰ ਅਟਰੈਕਟ ਕਰੇਗਾ ਫੈਰੋ ਮੈਗਨੈਟਿਕ ਮਟੀਰੀਅਲ ਨੂੰ। ਇੱਕ ਇਹਨਾਂ ਦੀ ਇਹ ਪ੍ਰੋਪਰਟੀ ਹੈ। ਓਕੇ, ਨਾਓ ਯੂ ਸ਼ੁੱਡ ਨੋ ਅਬਾਊਟ ਦਾ ਪੋਲ ਸਟਰੈਂਥ। what is pole strength? As we know, there are two poles, one is north pole and another one is the south pole. And how do you will define the pole strength? Pole strength is defined as the strength of a magnetic pole so as to attract the magnetic materials towards itself. Pole strength is a scalar quantity. मतलब पोल की स्ट्रेंथ ਨੂੰ ਅਸੀਂ ਕਿਵੇਂ ਡਿਫਾਈਨ ਕਰਾਂਗੇ ਕਿ ਸਟਰੈਂਥ ਹੈ ਇਹ ਮੈਗਨੈਟਿਕ ਪੋਲ ਕਿੰਨੂੰ ਕਿ ਅਟਰੈਕਟ ਕਿੰਨਾ ਕਰਦਾ ਉਹ, ਵੀ ਉਹਦੀ ਸਟਰੈਂਥ ਕਿੰਨੀ ਕੁ ਹੈ ਉਸ ਪੋਲ ਦੀ ਕਿ ਉਹ ਆਪਣੇ ਵੱਲ ਨੂੰ ਜਿਹੜੇ ਮੈਗਨੈਟਿਕ ਮਟੀਰੀਅਲ ਹੈ ਜਿਵੇਂ ਲੋਹਾ ਹੈ, ਨਿਕਲ, ਆਇਰਨ ਹੈ, ਵੀ ਉਹਨਾਂ ਨੂੰ ਅਟਰੈਕਟ ਕਰਦਾ। ਤੇ ਇਹ ਇੱਕ ਸਕੇਲਰ ਕੁਆਂਟੀਟੀ ਹੋਊਗੀ। ਸਕੇਲਰ ਕੁਆਂਟੀਟੀ ਤੁਸੀਂ ਛੋਟੀਆਂ +1 ਦੇ ਵਿੱਚ ਪੜ੍ਹ ਚੁੱਕੇ ਹੋ ਕਿ ਇਸ ਤਰ੍ਹਾਂ ਦੀਆਂ ਕੁਆਂਟੀਟੀਜ਼, ਫਿਜ਼ੀਕਲ ਕੁਆਂਟੀਟੀਜ਼ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਕੋਈ ਨਾ ਕੋਈ ਮੈਗਨੀਟਿਊਡ ਹੁੰਦਾ ਬਟ ਡਾਇਰੈਕਸ਼ਨ ਨਹੀਂ ਹੁੰਦੀ। ਸੋ ਦ ਫਾਰਮੂਲਾ ਫਾਰ ਦ ਪੋਲ ਸਟਰੈਂਥ ਇਜ਼ P is equal to W over I. P is equal to W over I, where P is the strength of the magnetic pole and W is the work done while the moving the magnet around the wire, and I is the electric current in the wire. Okay, and one fact also you should know, that is the magnetic flux density, that is denoted by B. When a substance is subjected to the magnetic field, suppose that magnetic field is denoted by H, then the density of the magnetic field lines that passes through the substance per square meter is known as magnetic flux density. मान लो कोई शीट है, उनका पर स्केयर मीटर आप अगर एरिया ले लिए, उनके विचों उस वक्त किन्नियां मैगनैटिक फील्ड लाइन पास करदियां, नंबर ऑफ लाइनस किन्नियां पास करदियां, वो उस दी मैगनैटिक फ्लक्स डेंसिटी होवेगी। तो मैगनैटिक फील्ड डेंसिटी नूं असीं B नाल डिनोट करदे हां ते जिहड़ी इहदी यूनिट है दैट इज़ वेबर पर मीटर स्क्वेयर। एंड अनदर फैक्ट you should know about, that is magnetic moments. Motion of electron in atom gives rise to the phenomena called magnetism. Basically two types of motions are associated with the electrons. So electron ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਇਲੈਕਟ੍ਰੋਨ ਕਿਸੇ ਵੀ ਐਲੀਮੈਂਟ ਦੇ ਵਿੱਚ, ਐਟਮ ਦੇ ਵਿੱਚ ਮੂਵ ਕਰਦਾ, ਆਰਬਿਟਸ ਦੇ ਵਿੱਚ ਮੂਵ ਕਰਦਾ, ਤਾਂ ਉਹਦੇ ਨਾਲ ਰਿਲੇਟਡ ਅਸੀਂ ਇਹ ਜਿਹੜਾ ਹੈ ਮੈਗਨੈਟਿਕ ਮੂਵਮੈਂਟ ਦੀ ਗੱਲ ਕਰਾਂਗੇ।
So motion of electron in an orbit with the nucleus, and another one is the spin of electrons around its axis। मतलब एक तो अपनी एक्सिस दे आले दुआले किवें स्पिन करदा है, एक ਜਿਹੜੇ ਨਿਊਕਲੀਅਸ ਦੇ ਆਲੇ ਦੁਆਲੇ ਅਸੀਂ ਸਾਰੇ ਜਾਣਦੇ ਹਾਂ ਆਰਬਿਟਸ ਹੁੰਦੇ ਆ ਤੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਮੂਵ ਕਰਦੇ ਆ ਇਲੈਕਟ੍ਰੋਨ। ਦ ਸਪਿਨ ਐਂਡ ਦ ਆਰਬਿਟਲ ਮੂਵਮੈਂਟਸ imparts magnetic moment on each electron, forcing them to behave as a tiny magnet। मतलब ये जिहड़ी मैगनैटिक मोमेंट है वो एक दूसरे ते सारे जिहड़े इलैक्ट्रॉन है उनका इंपैक्ट हुंदा है, जिस करके जिहड़े वो सारे दे सारे मटीरियल हैगे है वो जस्ट टाइनी मैगनेट की तरह एक छोटे मैगनेट की तरह बिहेव करते हैं। नाउ ऑन द बेसिस ऑफ प्रॉपर्टी देयर इज द क्लासिफिकेशन ऑफ मैग्नेट्स। नंबर 1 टाइप ऑफ द मैग्नेट इज डायामैग्नेटिक, एंड सेकंड वन इज द पैरामैग्नेटिक, एंड द थर्ड वन इज द फेरोमैग्नेटिक। ओके, diamagnetic substances are repelled by the magnets due to the fact that they produce negative magnetization, means the net magnetic moment is zero in diamagnetic substances। because क्यों है zero, क्यों है इन्हां विच? because when external field is applied to the diamagnetic substance, then the magnetic moment of the electron is aligned in the opposite direction of the applied field। means जो असी फील्ड अप्लाई कीते है उनका अपोज कर देंगे। ਜਦੋਂ ही अपोज हो गया तो नैट दे विच कोई फोर्स नहीं लगेगा, इस करके ना वो अट्रैक्ट होणगे ना वो रिपैल होणगे। ओके, there are some elements also there, copper, aluminium, silicon, zinc, those have stronger diamagnetic properties। means ਅਸੀਂ ਸਾਰੇ ਜਾਣਦੇ ਹਾਂ ਕਾਪਰ ਨੂੰ ਮੈਗਨੇਟ ਆਪਣੇ ਵੱਲ ਅਟਰੈਕਟ ਨਹੀਂ ਕਰ ਸਕਦਾ। ਮੀਨਸ ਟੂ ਸੇ ਡਾਇਆਮੈਗਨੈਟਿਕ ਸਬਸਟੈਂਸ ਉਹ ਸਬਸਟੈਂਸ ਹੁੰਦੇ ਹੈ ਜਿਨ੍ਹਾਂ ਨੂੰ ਮੈਗਨੇਟ ਆਪਣੇ ਵੱਲ ਅਟਰੈਕਟ ਨਹੀਂ ਕਰ ਸਕਦਾ। showing here, so see the diagram, H is the magnetic field, spin is in opposite direction। now another one is the paramagnetic substance। this is another type of the material। in paramagnetic material there exists a little magnetic moment, since the net magnetic moment is not cancelled out completely। here is another type of the material that is paramagnetic substance। इन्हां विच की हुंदा है कि आपां इन्हां नूं कह सकते हैं कि जे मटीरियल जिन्हां दे विच जिवें कि आपां देख रहे हैं इत्थे लिखिआ तुहाडे सामने, in paramagnetic material there exists a little magnetic moment, since the net magnetic moment is not cancelled out completely। the magnetic moments in the paramagnetic material are randomly aligned, and when they are subjected to external magnetic field, मतलब ਜਦੋਂ ਵੀ magnetic field ਇਹਨਾਂ ਨੂੰ ਅਪਲਾਈ ਕੀਤੀ ਜਾਂਦੀ ਹੈ ਤੇ ਅਲਾਈਨਮੈਂਟ ਇਹਨਾਂ ਦੀ ਉਸੇ ਅਕੋਰਡਿੰਗ ਇਹ ਆਪਣੇ ਆਪ ਦੀ ਕਰ ਲੈਂਦੇ ਆ। these magnetic moments align themselves in the direction of the applied magnetic field, so those are called paramagnetic material। ਕਿਹੜੇ ਕਿਹੜੇ ਹੈਗੇ ਇਹਦੇ ਵਿੱਚ? ਐਲੂਮੀਨੀਅਮ ਹੈਗਾ, ਕ੍ਰੋਮੀਅਮ ਹੈਗਾ। ਤਾਂ ਕੁਝ ਐਗਜ਼ਾਮਪਲਸ ਇੱਥੇ ਤੁਹਾਡੇ ਕੋਲ ਸਾਹਮਣੇ ਦਿੱਤੀਆਂ ਹੋਈਆਂ, ਤਾਂ ਇਹਨਾਂ ਨੂੰ ਤੁਸੀਂ ਪੀਰੀਓਡਿਕ ਟੇਬਲ ਦੇ ਵਿੱਚ ਮੈਂਸ਼ਨ ਹੈਗੇ। ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਪੀਰੀਓਡਿਕ ਟੇਬਲ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਕੀ ਹੈ, ਇਹ ਕਿੱਥੇ ਐਗਜ਼ਿਸਟ ਕਰਦੇ ਆ। ਓਕੇ, and the third type of the material is ferromagnetic substance। these substances are very different from the diamagnetic substance।
और पैरामैग्नेटिक सबसटेंस। अगर मैं कहां कि ਇਹ ਅਜਿਹੇ ਸਬਸਟੈਂਸਿਸ ਹੈਗੇ ਆ ਜਿਨ੍ਹਾਂ ਨੂੰ ਮੈਗਨੇਟ ਹੈ ਜਿਹੜਾ ਉਹ ਆਪਣੇ ਵੱਲ ਅਟਰੈਕਟ ਕਰਦਾ ਹੈ। ਡੇਲੀ ਲਾਈਫ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ, ਖਾਸ ਕਰਕੇ ਜਿਹੜਾ ਆਇਰਨ ਹੈ ਉਹਨੂੰ ਮੈਗਨੇਟ ਆਪਣੇ ਵੱਲ ਅਟਰੈਕਟ ਕਰਦਾ ਹੈ। ਤਾਂ ਇੱਕ ਐਗਜ਼ਾਮਪਲ ਵੀ ਹੈ ਇਹ। ਹੇਅਰ ਇਜ਼ ਦਾ diagram of the ferromagnetic alignment. See on your screen. Here is the classification of the elements in periodic table. Now see the color, that is the sky blue color element showing the ferromagnetic substances, and white color showing here the paramagnetic substances or element, and green color showing here the diamagnetic substances or element or material. Okay ਸਟੂਡੈਂਟ, ਇਸ ਦੇ ਨਾਲ ਹੀ ਆਪਣਾ ਅੱਜ ਦਾ ਜਿਹੜੀ ਕਲਾਸ ਹੈ ਉਹ ਖਤਮ ਹੁੰਦੀ ਹੈ। ਲੇਕਿਨ ਤੁਹਾਡੀ ਰਿਵੀਜ਼ਨ ਦੇ ਲਈ ਤੁਹਾਡੀ ਸਕਰੀਨ ਦੇ ਉੱਪਰ ਇਸ ਟੌਪਿਕ ਨਾਲ ਰਿਲੇਟਡ ਕੁਐਸਚਨਸ ਆਨਸਰ ਹੈ, ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ ਤੇ ਆਪਣੀਆਂ ਕਾਪੀਜ਼ ਦੇ ਵਿੱਚ ਨੋਟ ਕਰੋ। ਸੋ ਥੈਂਕ ਯੂ ਵੈਰੀ ਮਚ, ਕੀਪ ਵਾਚਿੰਗ ऑनलाइन क्लासेस। थैंक यू। मैं गुरलाल सिंह, लेक्चरर फिजिक्स, गवर्नमेंट गर्ल्स सीनियर सेकेंडरी स्कूल, अबुल खुराना, डिस्ट्रिक्ट श्री मुक्तसर साहिब।